ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਣ ਵੱਲੋਂ ਆਪ ਸਭਨਾਂ ਦਾ ਸਵਾਗਤ ਹੈ ਜੀ। ਦੋਸਤੋ, ਕੋਵਿਡ ਮਹਾਮਾਰੀ ਦੇ ਦੌਰਾਨ ਦੁਨੀਆ ਦੇ ਹਰ ਨੁੱਕਰ ਤੋਂ ਵੱਖ-ਵੱਖ ਤਰ੍ਹਾਂ ਦੀਆਂ ਨੈਗੇਟਿਵ ਨਿਊਜ਼ ਆਉਂਦੀਆਂ ਰਹੀਆਂ ਨੇ ਜੀ। ਪਰ ਅੱਜ ਕੈਨੇਡਾ ਤੋਂ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਇੱਕ ਬੜੀ ਪੋਜ਼ਿਟਿਵ ਨਿਊਜ਼ ਤੁਹਾਡੇ ਲਈ ਲੈ ਕੇ ਆਏ ਆ। ਔਰ ਇਹ ਨਿਊਜ਼ ਕੀ ਹੈ ਸਾਂਝੀ ਕਰਨ ਲਈ ਸਾਡੇ ਐਡਮਿੰਟਨ ਸ਼ਹਿਰ ਦੇ ਜਾਣੇ ਪਛਾਣੇ ਇਮੀਗ੍ਰੇਸ਼ਨ ਕੰਸਲਟੈਂਟ ਸਰਦਾਰ ਕਮਲਜੀਤ ਸਿੰਘ ਜੀ ਜੁੜੇ ਨੇ। ਆਓ ਜੀ, ਇਹਨਾਂ ਦਾ ਸਵਾਗਤ ਕਰਦੇ ਹਾਂ। ਭਾਜੀ ਜੀ ਆਇਆਂ ਨੂੰ। ਧੰਨਵਾਦ ਜੀ, ਧੰਨਵਾਦ ਮਨਜੀਤ ਜੀ ਤੇ ਪੰਜਾਬੀ ਨੈਸ਼ਨਲ ਦੀ ਸਾਰੀ ਟੀਮ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਭਾਜੀ, ਜਿਵੇਂ ਮੈਂ ਐਕਸਾਈਟਡ ਹਾਂ ਜੀ ਇਸ ਖਬਰ ਨੂੰ ਲੈ ਕੇ, ਮੈਨੂੰ ਲੱਗਦਾ ਵੀ ਸਾਡੇ ਹਜ਼ਾਰਾਂ ਦਰਸ਼ਕ ਜਿਹੜੇ ਸਾਨੂੰ ਸੁਣ ਰਹੇ ਹੋਣਗੇ, ਦੇਖ ਰਹੇ ਹੋਣਗੇ, ਉਹ ਵੀ ਐਕਸਾਈਟਡ ਹੋਣਗੇ ਵੀ ਕੈਨੇਡੀਅਨ ਇਮੀਗ੍ਰੇਸ਼ਨ ਨੇ ਕਿਹੜੀਆਂ ਨਵੀਆਂ ਅਪਡੇਟਸ ਕੀਤੀਆਂ ਨੇ। ਸੋ ਸਾਂਝੀਆਂ ਕਰੋ ਜੀ। ਵਾਕਈ ਮਨਜੀਤ ਜੀ, ਇਹ ਅੱਜ ਦਾ ਜਿਹੜਾ ਦਿਨ ਆ, ਇਹ ਇਦਾਂ ਦੀ ਇਮੀਗ੍ਰੇਸ਼ਨ ਹਿਸਟਰੀ 'ਚ ਕੋਈ ਇਦਾਂ ਦੇ ਗੋਲਡਨ ਡੇਜ਼ ਨੇ ਕਿ ਜਿਨ੍ਹਾਂ ਨੂੰ ਹਰ ਕੋਈ ਯਾਦ ਰੱਖਦਾ ਆ। ਜਿੱਦਾਂ ਕਿ ਇਮੀਗ੍ਰੇਸ਼ਨ ਮਿਨਿਸਟਰ ਨੇ ਮੈਡੀਸਿਨੋ ਨੇ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਜਿੰਨੇ ਵੀ ਕੈਨੇਡੀਅਨਸ ਜਾਂ ਇੱਥੇ ਟੈਂਪਰੇਰੀ ਹੈਗੇ ਨੇ ਕੈਨੇਡਾ ਦੇ ਵਿੱਚ, ਇਹਨਾਂ ਸਾਰਿਆਂ ਨੂੰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਪੱਕਿਆ ਕਰਾਉਣ ਦੀ। ਇਸ ਵਾਸਤੇ ਬਹੁਤ ਪ੍ਰੀਵੀਅਸਲੀ ਵੀ ਬੜੀਆਂ 2 ਮਹੀਨੇ ਪਹਿਲਾਂ ਇੱਕ ਡਰਾਅ ਕੱਢਿਆ ਗਿਆ ਸੀਗਾ ਐਕਸਪ੍ਰੈਸ ਐਂਟਰੀ ਦਾ, ਜਿਹਦੇ ਚ ਲੋਐਸਟ ਜਿਹਦੀ ਸਕੋਰ ਸੀਗੀ ਉਹ ਪਿਕ ਕੀਤੇ ਗਏ ਸੀ। ਅੱਜ ਜਿਹੜੀ ਅਨਾਉਂਸਮੈਂਟ ਆ ਉਹ ਇੱਕ ਬਹੁਤ ਹੀ ਵਧੀਆ ਅਨਾਉਂਸਮੈਂਟ ਹੈ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਅਨਾਉਂਸ ਕੀਤਾ ਗਿਆ ਇਹ ਉਹਨਾਂ ਵਾਸਤੇ ਆ ਜਿਹੜੇ ਅਨਸਕਿਲਡ ਤੇ ਸੈਮੀ ਸਕਿਲਡ ਵਾਲੇ ਨੇ, ਜਿਨ੍ਹਾਂ ਲਈ ਐਕਸਪ੍ਰੈਸ ਐਂਟਰੀ ਲਈ ਜਾਂ ਹੋਰ AINP ਦੀ ਕੋਈ ਆਪਸ਼ਨ ਨਹੀਂ ਬਣਦੀ। ਉਹ ਵੀ ਬੰਦੇ ਇਹਦੇ ਵਿੱਚ ਆਪਣੀ PR ਦੀ ਐਪਲੀਕੇਸ਼ਨ ਲਾ ਕੇ ਤੇ ਆਪਣੇ ਆਪ ਨੂੰ ਪਰਮਾਨੈਂਟ ਰੈਜ਼ੀਡੈਂਟ ਆਫ ਕੈਨੇਡਾ ਬਣਾ ਸਕਦੇ ਨੇ। ਐਂਡ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਉਹ ਨੰਬਰ ਜਿਹੜੇ ਨੇ ਉਹ ਬਹੁਤ ਵੱਡੇ ਨੇ। 90,000 ਜਿਹੜੀਆਂ ਐਪਲੀਕੇਸ਼ਨਸ ਨੇ ਉਹ ਇਸ ਪ੍ਰੋਗਰਾਮ ਦੇ ਅੰਡਰ ਜਿਹੜੀਆਂ ਕੀਤੀਆਂ ਜਾਣਗੀਆਂ। ਐਂਡ ਉਹਦੀ ਟਾਈਮਲਾਈਨ ਜਿਹੜੀ ਆ ਉਹ ਵੀ ਇਹਨਾਂ ਨੇ ਕਾਫੀ ਦਿੱਤੀ ਹੋਈ ਹੈ। ਸੋ 90,000 ਐਪਲੀਕੇਸ਼ਨਸ ਦੇ ਵਿੱਚ ਵੱਖੋ-ਵੱਖ 3 ਕੈਟਾਗਰੀਜ਼ ਨੇ, ਉਹ ਆਪਾਂ ਡਿਸਕਸ ਕਰਾਂਗੇ ਜੀ। ਜਿਵੇਂ ਤੁਸੀਂ ਗੱਲ ਕੀਤੀ ਭਾਜੀ ਵੀ ਖਬਰ ਵੀ ਬਹੁਤ ਵੱਡੀ ਆ ਤਾਂ ਨੰਬਰ ਵੀ ਬਹੁਤ ਵੱਡੇ ਨੇ। ਔਰ ਇਹਦੀਆਂ 3 ਕੈਟਾਗਰੀਜ਼ ਬਣਾਈਆਂ ਗਈਆਂ ਨੇ ਜੀ। ਹਾਂਜੀ, ਜਿਹਦੇ ਵਿੱਚ ਸਟੂਡੈਂਟਸ ਨੇ ਔਰ ਨਾਲ ਦੇ ਨਾਲ ਜਿਹੜੇ ਫੋਰਨ ਵਰਕਰਸ ਨੇ ਜਾਂ ਟੈਂਪਰੇਰੀ ਵਰਕਰਸ ਕਹਿੰਦੇ। ਰਾਈਟ। ਸੋ ਸਭ ਤੋਂ ਪਹਿਲਾਂ ਇਹ ਦੱਸੋ ਭਾਜੀ ਵੀ ਇਹਨਾਂ ਦੀ ਐਲੀਜੀਬਿਲਟੀ ਕੀ ਹੋਵੇਗੀ? ਦੋਨਾਂ ਦੀ ਦੱਸ ਦਿਓ ਜੀ, ਵਰਕਰਸ ਦੀ ਵੀ ਤੇ ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ। ਇਹ ਜਿਹੜੀ ਨਿਊਜ਼ ਆ, ਇਹਦੀ ਸਭ ਤੋਂ ਵੱਡੀ ਖੁਸ਼ਖਬਰੀ ਦੇ ਜਿਹੜੇ ਹੱਕਦਾਰ ਨੇ, ਜਿਹੜੇ ਇਹਦਾ ਫਾਇਦਾ ਉਠਾ ਚੱਕਣਗੇ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ 2017 ਜਨਵਰੀ ਤੋਂ ਆ ਕੇ ਇੱਥੇ ਪੜ੍ਹ ਰਹੇ ਸੀਗੇ, ਜਿਨ੍ਹਾਂ ਨੇ 1 ਸਾਲ ਦਾ 2 ਸਾਲ ਦੀ ਇੱਥੇ ਸਟੱਡੀ ਕੰਪਲੀਟ ਕੀਤੀ ਆ। ਸੋ ਉਹਨਾਂ ਵਾਸਤੇ ਬਹੁਤ ਵੱਡੀ ਨਿਊਜ਼ ਆ, ਕਿਉਂਕਿ ਅੱਗੇ ਜਿਹੜਾ ਵੀ ਕੋਈ ਪ੍ਰੋਗਰਾਮ ਸੀਗਾ ਉਸ ਸਟੂਡੈਂਟ ਨੂੰ ਆਪਣਾ ਪੜ੍ਹਾਈ ਖਤਮ ਕਰਨ ਤੋਂ ਬਾਅਦ ਇੱਥੇ ਕੋਈ ਨਾ ਕੋਈ ਸਕਿਲਡ ਵਰਕ ਐਕਸਪੀਰੀਅੰਸ ਲੈਣਾ ਪੈਂਦਾ ਸੀਗਾ। 1 ਸਾਲ ਦਾ ਐਕਸਪੀਰੀਅੰਸ ਲੈ ਕੇ ਫਿਰ ਬਾਕੀ ਸਾਰੀਆਂ ਆਇਲਸ ਦੀਆਂ ਤੇ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਕਰਨ ਤੋਂ ਬਾਅਦ ਹੀ ਉਹ PR ਲਾ ਸਕਦੇ ਸੀ, PR ਲਈ ਕੁਆਲੀਫਾਈ ਹੋ ਸਕਦੇ। ਪਰ ਜਿਹੜਾ ਇਹ ਪ੍ਰੋਗਰਾਮ ਹੈ, ਇਹਦੀ ਖੂਬੀ ਇਹ ਆ ਕਿ ਕਿਸੇ ਸਟੂਡੈਂਟ ਨੇ ਅਜੇ ਸਟੱਡੀ ਖਤਮ ਕੀਤੀ ਹੋਈ ਆ ਜੀ, ਚਾਹੇ ਉਹਦੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ, ਚਾਹੇ ਉਹ ਅੱਜ ਹੀ ਜੌਬ ਤੇ ਲੱਗਾ, ਕੀ ਬਾਤ, ਵਿਦ 5 ਬੈਂਡਸ। ਅੱਗੇ ਕੀ ਸੀਗਾ, ਐਕਸਪ੍ਰੈਸ ਐਂਟਰੀ ਸਟੂਡੈਂਟਸ ਨੂੰ ਕੁਆਲੀਫਾਈ ਹੋਣ ਲਈ 7 ਈਚ ਬੈਂਡ ਜਾਂ 777 8 ਲੈਣੇ ਪੈਂਦੇ ਸੀ, ਜਿਹਦੇ ਵਿੱਚ ਕਾਫੀ ਮੁਸ਼ੱਦਤ ਕਰਨੀ ਪੈਂਦੀ ਸੀ ਜੀ। ਸੋ ਹੁਣ 5 ਬੈਂਡ ਦੇ ਨਾਲ ਚਾਹੇ ਅੱਜ ਹੀ ਕਿਸੇ ਨੂੰ ਜੌਬ ਮਿਲੀ ਆ ਐਂਡ ਇੱਥੇ ਕੈਨੇਡਾ 'ਚ ਪੜ੍ਹਾਈ ਕੀਤੀ ਆ, ਉਹ ਇਸ ਪ੍ਰੋਗਰਾਮ ਦਾ ਫਾਇਦਾ ਲੈ ਸਕਦੇ ਨੇ। ਇਹਦੇ ਵਿੱਚ ਆਪਣੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਨੇ। ਇਹ ਜਿਹੜਾ ਪ੍ਰੋਗਰਾਮ ਹੈ ਇੰਟਰਨੈਸ਼ਨਲ ਗ੍ਰੈਜੂਏਟਸ ਜਿਹੜੇ ਕੈਨੇਡਾ 'ਚ ਨੇ ਉਹਨਾਂ ਵਾਸਤੇ ਸੀ। ਇਸ ਤੋਂ ਇਲਾਵਾ 2 ਹੋਰ ਕੈਟਾਗਰੀਜ਼ ਨੇ ਜਿਹੜੀਆਂ ਕਿ ਸਪੈਸ਼ਲੀ ਇਹਨਾਂ ਨੇ ਟਾਰਗੇਟ ਕੀਤਾ ਉਹਨਾਂ ਕੈਟਾਗਰੀਜ਼ ਦੇ ਵਿੱਚ ਜਿਹੜੇ ਕਿ ਡਿਊਰਿੰਗ ਪੈਂਡੈਮਿਕ ਐਸੈਂਸ਼ੀਅਲ ਵਰਕਰਸ ਹਨ। ਐਸੈਂਸ਼ੀਅਲ ਵਰਕਰ ਦੇ ਵਿੱਚ ਆਪਣੇ ਹੈਲਥ ਕੇਅਰ ਵਰਕਰਸ ਜਿਹੜੇ ਨੇ ਉਹ ਆ ਜਾਂਦੇ ਨੇ ਜੀ। ਇਸ ਤੋਂ ਇਲਾਵਾ ਹੋਰ ਜਿਹੜੇ ਫੂਡ ਪ੍ਰੋਡਕਸ਼ਨ ਦੇ ਵਿੱਚ ਕੰਮ ਕਰਦੇ ਸੀਗੇ, ਫੂਡ ਡਿਸਟ੍ਰੀਬਿਊਸ਼ਨ, ਟਰਕਿੰਗ ਇੰਡਸਟਰੀ ਹੋ ਗਈ ਜੀ, ਰਾਈਟ, ਇਹ ਉਹਦੇ ਵਿੱਚ ਨੇ। ਐਂਡ ਔਨ ਦਾ ਟੌਪ ਇੱਕ ਜਿਹੜਾ ਕਿ ਪ੍ਰੋਗਰਾਮ ਸੀਗਾ ਜਿਹਨੂੰ ਕਿ ਕਾਫੀ ਅਣਗੌਲਿਆ ਸਮਝਿਆ ਜਾ ਰਿਹਾ ਸੀਗਾ, ਕੇਅਰ ਗਿਵਰ ਜੀ, ਰਾਈਟ। ਸੋ ਕੇਅਰ ਗਿਵਰ ਵਿਚਾਰਿਆਂ ਨੂੰ ਕੋਈ ਦਿਸ਼ਾ ਨਹੀਂ ਸੀ ਦਿਖ ਰਹੀ, ਜਿਨ੍ਹਾਂ ਕੋਲ ਇੱਥੇ ਐਕਸਪੀਰੀਅੰਸ ਸੀਗਾ 1 ਸਾਲ ਦਾ ਜਾਂ 2 ਸਾਲ ਦਾ, ਹੁਣ ਉਹ ਵੀ ਇਸ ਪ੍ਰੋਗਰਾਮ ਦੇ ਅਧੀਨ ਆਪਣੀ ਜਿਹੜੀ ਆ ਉਹ ਐਪਲੀਕੇਸ਼ਨ ਲਾ ਸਕਦੇ ਨੇ। ਐਂਡ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ, ਜਿਹੜੇ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ ਇੰਟਰਨੈਸ਼ਨਲ ਸਟੂਡੈਂਟ ਤੋਂ ਇਲਾਵਾ, ਇਹਨਾਂ ਲਈ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਆ ਜਾਂ ਫ੍ਰੈਂਚ ਦੀ ਰਿਕੁਆਇਰਮੈਂਟ ਆ, ਉਹ ਸਿਰਫ CLB ਲੈਵਲ 4 ਆ। ਅੱਛਾ ਜੀ, 4 ਬੈਂਡ, ਕੀ ਬਾਤ ਹੈ, ਰਾਈਟ। ਸੋ ਹੁਣ ਉਹ ਜਿਹੜੇ ਨੇ, ਜਿਵੇਂ ਹੁਣ ਟਰੱਕ ਡਰਾਈਵਰਸ ਹੋ ਗਏ ਜਾਂ ਹੋਰ C ਲੈਵਲ ਵਾਲੇ ਜਾਂ D ਲੈਵਲ ਵਾਲੇ ਜਿਹੜੇ ਅਨਸਕਿਲਡ ਵਰਕਰ ਸੀਗੇ, ਕਲੀਨਰ ਹੋ ਗਏ, ਰਾਈਟ,
ਜਿਵੇਂ ਬੁੱਚਰ ਹੋ ਗਏ, ਸਭ ਇਹੋ ਜਿਹੀ ਜਿੰਨੀਆਂ ਵੀ ਕੈਟਾਗਰੀ ਸੀਗੀਆਂ ਇਹਨਾਂ ਵਾਸਤੇ ਪੀਆਰ ਦੇ ਕੋਈ ਸਪੈਸੀਫਿਕ ਪ੍ਰੋਗਰਾਮ ਨਹੀਂ ਸੀ ਹੈਗੇ। ਸੋ ਜਿਹੜੀ ਇਹ ਅਨਾਉਂਸਮੈਂਟ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਕੀਤੀ ਗਈ ਹੈ, ਇਹਦਾ ਫੋਕਸ ਜਿਹੜਾ ਟਾਰਗੇਟ ਹੈ ਇਹ ਉਹਨਾਂ ਲਈ ਕੀਤਾ ਗਿਆ ਕਿ ਜਿਹੜੇ ਵਿਚਾਰੇ ਜਿਨ੍ਹਾਂ ਕੋਲ ਹੋਰ ਕੋਈ ਪਾਥਵੇ ਨਹੀਂ ਹੈਗਾ, ਰਾਈਟ, ਉਹ ਵੀ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਉਹਨਾਂ ਨੂੰ ਕੈਨੇਡੀਅਨ ਜਿਹੜੀ ਇਮੀਗ੍ਰੇਸ਼ਨ ਆ ਉਹ ਦੇ ਸਕੀਏ ਐਂਡ ਉਹ ਵੀ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਬਣ ਸਕਣ। ਜਿਵੇਂ ਕਿ ਅਨਾਉਂਸਮੈਂਟ ਸੀਗੀ ਕਿ ਜਿਹੜਾ ਕੋਟਾ ਆ, ਰਾਈਟ, ਜੇ ਆਪਾਂ ਕੈਨੇਡੀਅਨ ਜਿਹੜਾ 2021 ਦਾ ਕੋਟਾ 400,000 ਦੇ ਕਰੀਬ ਸੀਗਾ, ਰਾਈਟ, ਉਹਨੂੰ ਟਾਰਗੇਟ ਕਰਦਿਆਂ ਹੋਇਆ ਜਿਹੜਾ ਪਿਛਲਾ ਵੀ ਇੱਕ ਡਰਾ ਸੀਗਾ ਉਹਦੇ ਵਿੱਚ ਵੀ ਕਾਫੀ ਨੰਬਰ ਇਹਨਾਂ ਨੇ ਬਿਗ ਨੰਬਰਸ ਜਿਹੜੇ ਐਕਸੈਪਟ ਕੀਤੇ ਸੀ ਐਕਸਪ੍ਰੈਸ ਐਂਟਰੀ ਦੇ ਵਿੱਚ। ਜਿਹੜਾ ਇਹ ਹੈ 90,000 ਨੰਬਰ, ਇਹ ਵੀ ਕਾਫੀ ਬਿਗ ਆ, ਰਾਈਟ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੱਗਦਾ ਕਿ ਹੋਰ ਵੀ ਇਦਾਂ ਦੀਆਂ ਕੁਛ ਨਾ ਕੁਛ ਪ੍ਰੋਗਰਾਮ ਸਾਨੂੰ ਦੇਖਣ ਨੂੰ ਮਿਲਣਗੇ ਜੀ। ਕੀ ਬਾਤ ਹੈ ਜੀ। ਬਿਲਕੁਲ ਜੀ, ਜਿਵੇਂ ਭਾਈ ਨੇ ਦੱਸਿਆ ਵੀ ਕੈਨੇਡੀਅਨ ਗਵਰਨਮੈਂਟ ਨੇ ਕਿਹਾ ਸੀਗਾ ਕਿ ਤੁਹਾਨੂੰ ਭਾਈ 2021 ਦੇ ਵਿੱਚ 4,01,000 ਜਿਹੜੇ ਇਮੀਗ੍ਰੇਂਟਸ ਆ ਬਣਾਉਣੇ ਆ, ਰਾਈਟ। ਸੋ ਕਾਫੀ ਵੱਡੀ ਗਿਣਤੀ ਆ, ਖਾਸ ਕਰ ਸਟੂਡੈਂਟਸ ਲਈ ਸੁਨਹਿਰੀ ਮੌਕਾ ਵਾ, ਔਰ ਨਾਲ ਦੇ ਨਾਲ ਜਿਹੜੇ ਵਰਕ ਪਰਮਿਟ ਤੇ ਇੱਥੇ ਹੈਗੇ ਨੇ ਸਾਡੇ ਫੋਰਨ ਵਰਕਰ, ਟੈਂਪਰੇਰੀ ਵਰਕਰ, ਉਹਨਾਂ ਲਈ ਵੀ ਸੁਨਹਿਰੀ ਮੌਕਾ ਵਾ। ਸ਼ਰਤਾਂ ਕਾਫੀ ਨਰਮ ਰੱਖੀਆਂ ਗਈਆਂ ਨੇ, ਐਲੀਜੀਬਿਲਟੀ ਕ੍ਰਾਈਟੇਰੀਆ ਕਾਫੀ ਨਰਮ ਰੱਖਿਆ ਗਿਆ। ਬਹੁਤ ਭਾਜੀ ਨਾਲ ਦੇ ਨਾਲ ਇਹ ਵੀ ਦੱਸ ਦਿਓ ਵੀ ਜਿਹੜੀਆਂ ਇਹ ਐਪਲੀਕੇਸ਼ਨਸ ਖੁੱਲਣੀਆਂ ਨੇ, ਕਦੋਂ ਖੁੱਲਣੀਆਂ ਨੇ, ਕਦੋਂ ਤੱਕ ਅਪਲਾਈ ਕੀਤਾ ਜਾ ਸਕਦਾ, ਔਰ ਕਿਹੋ ਜਿਹੇ ਡਾਕੂਮੈਂਟ ਜਿਹੜੇ ਨੇ ਉਹ ਲੋੜੀਂਦੇ ਹੋ ਸਕਦੇ ਨੇ। ਮੇਰੀ ਸਾਰੇ ਦਰਸ਼ਕਾਂ ਨੂੰ ਇੱਕ ਇਹਦੇ ਤੇ ਐਡਵਾਈਸ ਇਹ ਆ ਕਿ ਇਹ ਹੈਗਾ ਫਸਟ ਕਮ ਫਸਟ ਸਰਵ ਬੇਸਿਸ ਜੀ। 90,000 ਦਾ ਇੱਕ ਕੋਟਾ ਹੈਗਾ ਕਿ ਵੀ 90,000 ਐਪਲੀਕੇਸ਼ਨਾਂ ਲੈਣੀਆਂ ਨੇ, ਪਰ ਫਸਟ ਕਮ ਫਸਟ ਸਰਵ ਬੇਸਿਸ ਜਿਹੜੀਆਂ ਐਪਲੀਕੇਸ਼ਨਾਂ ਪਹਿਲਾਂ ਆ ਜਾਣਗੀਆਂ ਉਹ ਜਿੱਦਾਂ ਹੀ ਇਹਨਾਂ ਨੇ ਵੈਬਸਾਈਟ ਤੇ ਲਿਖਿਆ ਹੋਇਆ ਕਿ ਵੀ ਜਿੱਦਾਂ ਹੀ ਇਹ ਕੋਟਾ 90,000 ਦਾ ਕੰਪਲੀਟ ਹੋ ਗਿਆ ਇਹ ਬੰਦ ਹੋ ਜਾਊਗਾ ਜੀ। ਸੋ ਜਿੰਨੇ ਵੀ ਇਹਦੇ ਉੱਪਰ ਇਸ ਵੇਲੇ ਕੈਂਡੀਡੇਟ ਇਹਦੇ ਚ ਅਪਲਾਈ ਕਰਨਾ ਚਾਹੁੰਦੇ ਹਨ ਜਾਂ ਆਪਣੇ ਆਪ ਨੂੰ ਐਲੀਜੀਬਲ ਸਮਝਦੇ ਹਨ, ਉਹ 6 ਮਈ ਤੱਕ ਆਪਣੀਆਂ ਜਿਹੜੀਆਂ ਵੀ ਇਹਦੀਆਂ ਰਿਕੁਆਇਰਮੈਂਟ ਲਿਸਟਡ ਹੈਗੀਆਂ ਨੇ ਉਹ ਪੂਰੀਆਂ ਕਰਕੇ ਰੈਡੀ ਰਹਿਣ, ਕਿਉਂਕਿ ਇਹ ਆਨਲਾਈਨ ਪ੍ਰੋਗਰਾਮ ਆ। ਇਹੋ ਜਿਹੇ ਜਿਹੜੇ ਆਨਲਾਈਨ ਅਜਿਹੇ ਪ੍ਰੋਗਰਾਮ ਅਜੇ ਤੱਕ ਦੇਖਣ ਨੂੰ ਮਿਲੇ ਨੇ, ਅਗਰ ਉਹਦੀ ਡਿਮਾਂਡ ਜ਼ਿਆਦਾ ਹੋਵੇ ਸੋ ਉਹ ਕੁਝ ਘੰਟਿਆਂ 'ਚ ਜਾਂ ਕੁਝ ਦਿਨਾਂ ਦੇ ਵਿੱਚ ਕੈਪ ਜਿਹੜੀ ਆ ਉਹ ਪੂਰੀ ਹੋ ਜਾਂਦੀ ਹੈ, ਸਪਲਾਈ ਵੀ ਜਲਦੀ ਪੂਰੀ ਹੋ ਜਾਏਗੀ। ਸੋ ਇਹਦੇ ਵਿੱਚ ਵੀ ਕੁਝ ਇਦਾਂ ਦੇ ਅਸਾਰ ਨਜ਼ਰ ਆਉਂਦੇ ਨੇ। ਸੋ ਸਾਰੇ ਦਰਸ਼ਕਾਂ ਨੂੰ ਇਹ ਸਲਾਹ ਆ ਕਿ ਜਿਹੜੇ ਵੀ ਰਿਕੁਆਇਰਡ ਡਾਕੂਮੈਂਟ ਨੇ ਉਹ ਰੈਡੀ ਕਰਕੇ 6 ਮਈ ਨੂੰ ਰੈਡੀ ਰਹਿਣ, ਕਿਉਂਕਿ 6 ਮਈ ਤੋਂ ਲੈ ਕੇ ਨਵੰਬਰ 6 ਤੱਕ ਪ੍ਰੋਗਰਾਮ ਓਪਨ ਰਹੂਗਾ। ਬਟ ਅਸਾਰ ਇਦਾਂ ਦੇ ਲੱਗਦੇ ਨੇ ਕਿ ਬਹੁਤ ਜਲਦੀ ਕੋਟਾ ਹੋ ਜਾਏਗਾ। ਭਾਜੀ ਜਿਵੇਂ ਤੁਸੀਂ ਦੱਸਿਆ ਕਿ ਜਲਦੀ ਤੋਂ ਜਲਦੀ ਭਾਈ ਆਪਣੀ ਆਈਲੈਟਸ ਜਿਨ੍ਹਾਂ ਨੇ ਕੰਪਲੀਟ ਕਰਨੀ ਹੈ ਕਰ ਲਓ, ਟੈਸਟ ਬੁੱਕ ਕਰ ਲਓ, ਹੋਰ ਜਿਹੜੇ ਲੋੜੀਂਦੇ ਡਾਕੂਮੈਂਟ ਨੇ ਉਹ ਵੀ ਕੰਪਲੀਟ ਕਰ ਲਓ। ਭਾਜੀ ਇੱਕ ਨਾ ਮੈਂ ਤੁਹਾਡੇ ਨਾਲ ਕੈਨੇਡਾ ਸਟੈਟਸ ਦਾ ਇੱਕ ਡਾਟਾ ਸ਼ੇਅਰ ਕਰਨ ਲੱਗਾ ਕਿ ਇਸ ਵੇਲੇ ਜਿਹੜੀ ਕੈਨੇਡਾ ਦੇ ਵਿੱਚ ਡੈਮੋਗ੍ਰਾਫਿਕ ਰਿਕੁਆਇਰਮੈਂਟ ਆ ਉਹ ਬਹੁਤ ਸੀਰੀਅਸ ਆ। ਅਗਰ ਗੱਲ ਕਰੀਏ 1971 ਦੀ, ਰਾਈਟ, ਤੇ ਇੱਕ ਸੀਨੀਅਰ ਦੇ ਪਿੱਛੇ ਜੀ 6.6 ਵਰਕਿੰਗ ਏਜ ਪੀਪਲ ਸਨ। ਹਾਂਜੀ, ਅੱਜ ਦੀ ਡੇਟ ਵਿੱਚ ਉਹ ਸਿਰਫ ਇੱਕ ਸੀਨੀਅਰ ਪਿੱਛੇ 3 ਰਹਿ ਗਏ ਨੇ, ਔਰ ਜੋ ਡਾਟਾ ਕਹਿ ਰਿਹਾ ਕਿ 2035 ਤੱਕ ਇੱਕ ਸੀਨੀਅਰ ਦੇ ਪਿੱਛੇ ਵਰਕਿੰਗ ਏਜ ਦੇ ਜਿਹੜੇ ਲੋਕ ਨੇ ਉਹ 2 ਰਹਿ ਜਾਣਗੇ। ਸੋ ਕਹਿਣ ਦਾ ਮਤਲਬ ਆ ਕਿ ਬਹੁਤ ਜ਼ਿਆਦਾ ਲੋੜ ਹੈ ਇਮੀਗ੍ਰੈਂਟਸ ਦੀ ਕੈਨੇਡਾ ਨੂੰ, ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਾਫੀ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਅਨਾਉਂਸ ਹੋ ਸਕਦੇ ਨੇ। ਤੁਹਾਡੀ ਇਸੇ ਗੱਲ ਨੂੰ ਮੈਂ ਅੱਗੇ ਲੈਂਦਾ ਹੋਇਆ ਰੀਸੈਂਟਲੀ ਕੁਝ ਦਿਨ ਪਹਿਲਾਂ ਜਾਂ ਕੁਝ ਹਫ਼ਤੇ ਪਹਿਲਾਂ ਇੱਕ ਫਾਰਮਰ ਪ੍ਰਾਈਮ ਮਿਨਿਸਟਰ ਜਿਹੜੇ ਕੈਨੇਡਾ ਦੇ ਸੀਗੇ, ਆਨਰੇਬਲ ਫਾਰਮਰ ਪ੍ਰਾਈਮ ਮਿਨਿਸਟਰ ਨੇ ਇੱਕ ਅਨਾਉਂਸਮੈਂਟ ਕੀਤੀ ਸੀਗੀ ਕਿ ਕੈਨੇਡਾ ਨੂੰ 400,000 ਨਹੀਂ 1 ਮਿਲੀਅਨ ਜਿਹੜੇ ਨੇ ਕੈਂਡੀਡੇਟਸ ਨੇ 2021 ਵਿੱਚ ਲੈਣੇ ਚਾਹੀਦੇ ਨੇ, ਉਹ ਤਾਂ ਜਿਹੜਾ ਪੁਰਾਣਾ ਬੈਕਲੌਗ ਹੈ ਜਾਂ ਜਿਹੜਾ ਅਸੀਂ ਪਛੜ ਰਹੇ ਹਾਂ ਉਹ ਪੂਰਾ ਹੋ ਸਕਦਾ, ਜਾਂ ਜਿੰਨੀ ਵਰਕਫੋਰਸ ਦੀ ਲੋੜ ਆ, ਵਰਕਫੋਰਸ ਦੀ ਲੋੜ ਆ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਰੇਸ਼ੋ ਦੇ ਨਾਲ ਕਿ 2035 ਤੱਕ ਸਾਡਾ ਕਿਸ ਲੈਵਲ ਤੱਕ ਅਸੀਂ ਪਹੁੰਚਣਾ ਆ। ਸੋ ਸਾਰੇ ਕਵਰ ਅਪ ਕਰਦੇ ਆ ਉਹ ਰੇਸ਼ੋ ਬਰਾਬਰ ਰੱਖਦੇ ਜੋ 1970 ਚ ਸੀਗੀ। ਉਹਦੇ ਵਾਸਤੇ ਸਾਨੂੰ 1 ਮਿਲੀਅਨ ਜਿਹੜੇ ਨੇ ਟੈਂਪਰੇਰੀ ਵਰਕਰਸ ਜਾਂ ਟੈਂਪਰੇਰੀ ਪਰਸਨ ਕੈਨੇਡੀਅਨ ਬਣਾਉਣੇ ਚਾਹੀਦੇ ਨੇ ਤਾਂ ਇਹ ਜਾ ਕੇ ਕੋਟਾ ਪੂਰਾ ਹੋ ਸਕਦਾ। ਬਿਲਕੁਲ ਜੀ, ਜਿਹੜੇ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਨੇ ਇਹਨਾਂ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਆ, ਔਰ ਖਾਸ ਕਰਕੇ ਪੈਂਡੈਮਿਕ ਦੇ ਵਿੱਚ ਜਿਸ ਤਰੀਕੇ ਨਾਲ ਸਟੂਡੈਂਟਸ ਨੇ ਔਰ ਜਿਹੜੇ ਟੈਂਪਰੇਰੀ ਵਰਕਰਸ ਨੇ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਰੋਲ ਅਦਾ ਕੀਤਾ, ਮੈਨੂੰ ਲੱਗਦਾ ਗਵਰਨਮੈਂਟ ਕਿਤੇ ਨਾ ਕਿਤੇ ਉਹਨਾਂ ਨੂੰ ਰਿਵਾਰਡ ਦੇਣਾ ਚਾਹੁੰਦੀ ਇਸ ਪ੍ਰੋਗਰਾਮ ਦੇ ਰਾਹੀਂ। ਭਾਜੀ ਇੱਕ ਵਾਰੀ ਇਹ ਜ਼ਰੂਰ ਦੱਸ ਦਿਓ ਵੀ ਤੁਹਾਡੇ ਤਜਰਬੇ ਦੇ ਅਨੁਸਾਰ ਇਹ ਜਿਹੜਾ ਪ੍ਰੋਗਰਾਮ ਆ, ਟੋਟਲ ਪ੍ਰੋਗਰਾਮ, ਇਸ ਨੂੰ ਤੁਸੀਂ ਕਿਵੇਂ ਦੇਖਦੇ ਜੀ? ਮੈਂ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਸੀਗੀ ਐਜ਼ ਅ ਰਿਵਾਰਡ, ਡੈਫੀਨੇਟਲੀ ਇਸ ਦੌਰਾਨ ਜਿੰਨਾ ਵੀ ਪੈਂਡੈਮਿਕ ਦੇ ਦੌਰਾਨ ਜਿਹੜੇ ਸਟੂਡੈਂਟਸ ਜਿਹੜਾ ਫੋਰਨ ਵਰਕਰ ਸੀਗੇ
ਉਹਨਾਂ ਨੇ ਬਹੁਤ ਮਸ਼ੱਦਤ ਕੀਤੀ ਹੈ, ਬੜੀ ਮਿਹਨਤ ਕੀਤੀ ਹੈ। ਜਿਵੇਂ ਟਰੱਕਰਸ ਕਹ ਲਓ, ਟਰੱਕ ਐਸੈਂਸ਼ੀਅਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਨੇ, ਉਹ ਵਿਚਾਰੇ ਆਪਣੇ ਫਰੰਟ ਲਾਈਨਰ ਹੋ ਕੇ ਤੇ ਸਾਰਾ ਕੁਝ ਪ੍ਰੋਵਾਈਡ ਕਰਦੇ ਰਹੇ, ਫੂਡ ਪ੍ਰੋਵਾਈਡ ਕਰਦੇ ਰਹੇ। ਇਹ ਸਲੂਟ ਹੈ ਜੀ ਉਹਨਾਂ ਵਰਕਰਸ ਨੂੰ, ਸਟੂਡੈਂਟਸ ਨੂੰ, ਜਿਨ੍ਹਾਂ ਨੇ ਇਹਦੇ ਦੌਰਾਨ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਇਹਦੇ 'ਚ ਪੂਰੀ ਭੂਮਿਕਾ ਨਿਭਾਈ ਹੈ। ਵਾਕਈ ਹੀ ਇੱਕ ਰਿਵਾਰਡ ਦੇ ਤੌਰ ਤੇ ਉੱਤੇ ਇਮੀਗ੍ਰੇਸ਼ਨ ਮਿਨਿਸਟਰ ਨੇ ਇੱਕ ਪ੍ਰੋਗਰਾਮ ਇਹੋ ਜਿਹਾ ਅਨਾਉਂਸ ਕੀਤੇ ਨੇ ਜਿਹਦੀ ਕੋਈ ਐਕਸਪੈਕਟੇਸ਼ਨ ਨਹੀਂ ਸੀ। ਬਿਲਕੁਲ ਜੀ, ਰਾਈਟ। ਸੋ ਡੈਫੀਨਿਟਲੀ ਜਿਹੜਾ ਇਹਦੇ ਅਗਰ ਇਹਦਾ ਪੁਆਇੰਟ ਆਫ ਵਿਊ ਦੇਖੀਏ ਕਿ ਜਿੰਨੀਆਂ ਇਹ ਐਪਲੀਕੇਸ਼ਨ ਨੇ, ਜਿੰਨੇ ਨੰਬਰ ਨੇ, ਸੋ ਮੈਂ ਅਗਰ ਸਟੈਟਸ ਦੇਖਾਂ ਤੇ ਜਿਹੜੀ ਇਸ ਵੇਲੇ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ 350 ਤੋਂ 350 ਦੇ ਉੱਪਰ ਕੈਂਡੀਡੇਟ ਪੂਲ ਦੇ ਵਿੱਚ ਬੈਠੇ ਨੇ, ਜਿਹੜੇ ਸਾਰਾ ਕੁਝ ਲੈ ਕੇ ਰੈਡੀ ਨੇ। ਸੋ ਦੈਟ ਇਜ਼ ਕਲੋਜ਼ ਟੂ 100,000 ਜੀ, ਰਾਈਟ। ਸੋ ਉਸ 100,000 ਦੇ ਵਿੱਚ ਆਈ ਐਮ ਆਲਮੋਸਟ ਸ਼ੋਰ ਕਿ 50% ਜਿਹੜੇ ਨੇ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲੇ ਜਾਂ ਜਿਹੜੇ ਇੱਥੋਂ ਜਿਨ੍ਹਾਂ ਨੇ ਸਟੱਡੀ ਕੀਤੀ ਹੋਈ ਆ ਉਹ ਹੋਣਗੇ, ਜਿਨ੍ਹਾਂ ਕੋਲ ਸਾਰਾ ਕੁਝ ਰੈਡੀ ਆ। ਉਹਨਾਂ ਦੀ ਆਇਲਸ, ਉਹਨਾਂ ਦੇ ਐਕਸਪੀਰੀਅੰਸ, ਉਹਨਾਂ ਦੀ ਸਟੱਡੀ ਵੀ ਆ 2017 ਤੋਂ। every documents is available, right? So ਜਿੱਦਾਂ ਹੀ ਇਹ ਪ੍ਰੋਗਰਾਮ ਓਪਨ ਹੁੰਦਾ, ਡੈਫੀਨਿਟਲੀ ਉਹ ਜਿਹੜਾ ਲੋਟ ਆ ਇੱਕ ਉੱਥੇ ਪੂਲ ਦੇ ਵਿੱਚ ਵੇਟ ਕਰ ਰਿਹਾ 50,000 ਦਾ, ਉਹ ਇਹਦੇ ਵਿੱਚ ਅਪਲਾਈ ਕਰਨ ਦੀ ਕੋਸ਼ਿਸ਼ ਕਰੂਗਾ। ਕੁਝ ਅਜਿਹੇ ਵੀ ਹਨ ਅਜੇ ਕਿ ਜਿਹੜੇ ਕੁਆਲੀਫਾਈ ਕਰਦੇ ਹਨ, ਪੂਲ ਦੇ ਵਿੱਚ ਵੀ ਨਹੀਂ ਹਨ। ਸੋ ਮੇਰੀ ਜਿਹੜਾ ਸਟੂਡੈਂਟ ਇੰਟਰਨੈਸ਼ਨਲ ਗ੍ਰੈਜੂਏਟ ਕੈਟਾਗਰੀ ਵਾਲਾ ਪ੍ਰੋਗਰਾਮ ਹੈ, ਸੋ ਉਹਦੇ ਵਿੱਚ ਜਿਹੜੀ ਉਮੀਦ ਆ ਕਿ ਉਹ ਜਿਹੜਾ ਪ੍ਰੋਗਰਾਮ ਹੈ ਬੜੀ ਜਲਦੀ ਫਿਲ ਹੋ ਜਾਊਗਾ। ਸੋ ਸਾਰਿਆਂ ਨੇ ਜਿਨ੍ਹਾਂ ਨੇ ਵੀ ਆਪਣੀ ਇਸ ਪ੍ਰੋਗਰਾਮ ਲਈ ਐਲੀਜੀਬਲ ਨੇ, ਅਪਲਾਈ ਕਰਨਾ ਚਾਹੁੰਦੇ ਨੇ, ਜਲਦੀ ਤੋਂ ਪਹਿਲਾਂ ਤਿਆਰੀ ਕਰਕੇ ਰੱਖਣ ਤਾਂ ਕਿ ਉਹ ਇਸ ਪੂਲ ਦੇ ਵਿੱਚ ਜਾਂ ਇਸ ਪ੍ਰੋਗਰਾਮ ਨੂੰ ਕੈਪ ਖਤਮ ਹੋਣ ਤੋਂ ਪਹਿਲਾਂ ਐਂਟਰ ਹੋ ਸਕਣ। ਜਿਹੜਾ ਦੂਸਰਾ ਪ੍ਰੋਗਰਾਮ ਐਸੈਂਸ਼ੀਅਲ ਵਰਕਰ ਦਾ ਹੈਲਥ ਕੇਅਰ ਐਂਡ ਦੂਜੇ ਜਿਹੜੇ ਐਡੀਸ਼ਨਲ 95 ਕੈਟਾਗਰੀਜ਼ ਨੇ ਜੀ ਟੋਟਲ। ਸੋ ਉਹ ਪ੍ਰੋਗਰਾਮ ਅਜੇ ਸਟਿਲ ਡੈਫੀਨਿਟਲੀ, ਕਿਉਂਕਿ ਉਹਨੂੰ ਉਸ ਚੀਜ਼ ਨੂੰ ਫਿਲ ਕਰਨ ਲਈ ਉਹ ਕੈਂਡੀਡੇਟਸ ਪ੍ਰਿਪੇਅਰ ਨਹੀਂ ਸਨ ਇਸ ਚੀਜ਼ ਵਾਸਤੇ ਕਿ ਇਦਾਂ ਵੀ ਹੋ ਸਕਦਾ। ਹੁਣ ਜਿਹੜੇ ਸੀ ਲੈਵਲ ਵਾਲੇ ਜਾਂ ਉਹ ਕੈਂਡੀਡੇਟਸ ਨੇ, ਉਹਨਾਂ ਸੋਚਿਆ ਨਹੀਂ ਸੀਗਾ ਕਿ ਕੋਈ ਕੈਨੇਡਾ ਦੇ ਵਿੱਚ ਇਦਾਂ ਦਾ ਪ੍ਰੋਗਰਾਮ ਵੀ ਆ ਸਕਦਾ ਕਿ ਅਸੀਂ ਕਰ ਸਕਦੇ ਹਾਂ। ਸੋ ਉਹ ਕੈਂਡੀਡੇਟਸ ਉਹ ਪ੍ਰੋਗਰਾਮ ਜ਼ਰੂਰ ਥੋੜਾ ਸਮਾਂ ਲਊਗਾ। ਬਾਕੀ ਜਿਹੜਾ ਇਹ ਬਹੁਤ ਵਧੀਆ ਪ੍ਰੋਗਰਾਮ ਕੈਨੇਡਾ ਨੇ ਲਾਂਚ ਕੀਤਾ। ਬਿਲਕੁਲ ਜੀ, ਬੜਾ ਸੁਨਹਿਰੀ ਮੌਕਾ ਵਾ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਵੀ, ਔਰ ਜਿਹੜੇ ਸਾਡੇ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਲਈ ਵੀ ਬੜਾ ਇੱਕ ਅਹਿਮ ਔਰ ਸੁਨਹਿਰੀ ਮੌਕਾ ਵਾ। ਜਲਦੀ ਤੋਂ ਜਲਦੀ ਆਪਣੇ ਡਾਕੂਮੈਂਟਸ ਪੂਰੇ ਕਰ ਲਓ ਜੀ, ਜੋ ਰਿਕੁਆਇਰਮੈਂਟਸ ਨੇ ਉਹ ਵੀ ਪੂਰੀਆਂ ਕਰ ਲਓ। ਔਰ ਕਵਲਜੀਤ ਭਾਜੀ ਜਿਹੜੇ ਆ ਤੁਹਾਡੀ ਹਰ ਤਰੀਕੇ ਨਾਲ ਇਮੀਗ੍ਰੇਸ਼ਨ ਨਾਲ ਰਿਲੇਟਡ ਹੈਲਪ ਕਰਨ ਲਈ ਤਿਆਰ ਬੈਠੇ ਨੇ। ਭਾਜੀ, ਦਰਸ਼ਕਾਂ ਨੂੰ ਇੱਕ ਵਾਰੀ ਆਪਣਾ ਫੋਨ ਨੰਬਰ, ਸੰਪਰਕ ਨੰਬਰ ਸਾਂਝਾ ਕਰ ਦਿਓ ਜੀ। ਜ਼ਰੂਰ ਜੀ। ਸੋ ਕੈਰੀਅਰ ਪਲੱਸ ਇਮੀਗ੍ਰੇਸ਼ਨ ਫੋਨ ਨੰਬਰ ਹੈ 7807098600। ਥੈਂਕ ਯੂ। ਸੋ ਬਿਲਕੁਲ ਜੀ, ਤੁਸੀਂ ਕੈਰੀਅਰ ਪਲੱਸ ਇਮੀਗ੍ਰੇਸ਼ਨ ਐਡਮਿੰਟਨ ਸ਼ਹਿਰ ਦੀ ਜਾਣੀ ਪਛਾਣੀ ਇਮੀਗ੍ਰੇਸ਼ਨ ਕੰਸਲਟੈਂਸੀ ਆ, ਔਰ ਸਰਦਾਰ ਕਵਲਜੀਤ ਸਿੰਘ ਜੀ ਨੇ ਆਪਣਾ ਨੰਬਰ ਆਲਰੇਡੀ ਸ਼ੇਅਰ ਕਰਤਾ। ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਦੀ ਲੋੜ ਆ, ਕੋਈ ਹੈਲਪ ਦੀ ਲੋੜ ਆ, ਭਾਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਜੀ। ਭਾਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਏ ਸਾਡੇ ਸਟੂਡੀਓ ਵਿੱਚ ਉਚੇਚੇ ਤੌਰ ਤੇ ਇੰਨੀ ਵਧੀਆ ਜਾਣਕਾਰੀ ਔਰ ਇੰਨਾ ਵਧੀਆ ਟੌਪਿਕ ਜਿਹੜਾ ਸਾਂਝਾ ਕੀਤਾ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।